ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰਾਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਵਾਰ ਵਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਆ ਹਰਤਾ ਬਿਘਨਾਨ ਮਹਾਅਘ ਕੋ ਔਰ ਆਤਮ ਗਿਆਨ ਪ੍ਰਕਾਸ਼ਤ ਜਉ ਹਰ। ਹਰ ਦੇਤ ਬਸਾਏ ਸੁਦਾਸਨ ਕੇ ਕਮਲਾਸਨ ਧਿਆਵਤ ਜਾਹੇ ਭਜੇ ਹਰ। ਹਰ ਬੰਸ ਬਿਖੇ ਅਵਤਾਰ ਭਏ
ਹਤ ਰਾਵਣ ਕੋ ਲਿਆ ਸੰਗ ਚਮੂਹਾਰ ਹਰ ਦਾਸ ਧਨੈ ਰਮਦਾਸ ਗੁਰੂ ਮ੍ਰਿਗ ਮੋਹ ਸੰਘਾਰਤ ਜਾਂ ਵੱਡ ਕੇ ਹਰ ਹਰ ਤਾਬੇ ਘਨਾਨ ਮਹਾ ਅਘ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਦੇ ਸਮੰਦਰ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਕਰੁਣਾ ਨਿਧਾਨ ਜਗ ਦਾਤੇ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਵੱਡੇ ਭਾਗਾਂ ਸਦਕਾ ਪ੍ਰਾਪਤ ਹੋ ਰਿਹਾ ਹੈ। ਨਾਲ ਹੀ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗਾਥਾ ਸ਼ਰਵਣ ਕਰਨ ਦਾ ਕੰਨਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਚੇ ਸਤਿਗੁਰਾਂ ਦੀ ਪਾਵਨ ਪਵਿੱਤਰ ਗਾਥਾ ਸ਼ਰਵਣ ਕਰਨ ਵਾਸਤੇ ਆਪਨੇਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਮਨੁੱਖਾ ਸਰੀਰ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲਿਆਂ ਬਣਾਉਂਦੇ ਹੋ। ਆਇਆ ਸਫਲਤਾ ਹੋ ਕਉ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ। ਸੰਸਾਰ ਤੇ ਉਸੇ ਦਾ ਹੀ ਸਤ ਸੰਗ ਜੀ ਆਇਆ ਸਫਲਾ ਵੈ ਜਿਨ੍ਹਾਂ ਨੂੰ ਇਸ਼ਟ ਗੁਰੂ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਵਡਿਆਈ ਸ਼ਰਵਣ ਕਰਨ ਦਾ, ਗਾਵਣੇ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜਥਾ ਕੱਲ ਪ੍ਰਸੰਗ ਆਪ ਜੀਆਂ ਸਤ ਸੰਗ ਜੀ ਸ਼ਰਵਣ ਕੀਤਾ। ਇਹ ਉਹ ਗਾਥਾ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਵੈ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ, ਜਿਹੜੀ ਸਾਰੀ ਗਾਥਾ ਧੰਨ ਬਾਬਾ ਰਾਮ ਕੋਇਰ ਜੀ ਸਤਿਪੁਰਖਾਂ ਦੇ ਮੁਖਾਰ ਬਿੰਦ ਤੋਂ ਉਚਾਰੀ ਗਈ। ਉਹ ਸਾਰੀ ਲਿਖਤ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੇ ਜਥਾ ਹੱਥ ਲੱਗੀ ਆਪ ਜੀਆਂ ਉਹ ਪ੍ਰਸੰਗ ਸ਼ਰਵਣ ਕੀਤਾ ਹੀ ਹੈ। ਉਹ ਖਾਲਸਾ ਜੀ ਸਾਰਾ ਪ੍ਰਸੰਗ ਫਿਰ ਕਵੀ ਜੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਵਾਰਤਕ ਰੂਪ ਨੂੰ ਛੰਦਾਬੰਦੀ ਅੰਦਰ ਦਰਜ ਕੀਤਾ। ਸਿੱਖਾਂ ਸੇਵਕਾਂ ਦੇ ਬੇਨਤੀ ਕਰਨ ਤੇ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਕਿ ਸਾਨੂੰ ਦੱਸੋ ਭਾਈ ਰਾਮ ਕੌਰ ਜੀ ਕੌਣ ਸੀਗੇ। ਕਵੀ ਜੀਆਂ ਫਿਰ ਦੱਸਿਆ ਕਿ ਜੈਸਾ ਸੁਭਾਅ ਸੀ ਬਾਬਾ ਰਾਮ ਕੌਰ ਜੀਆਂ ਦਾ, ਜਥਾ ਰੂਪ ਰੰਗ ਉਹਨਾਂ ਦੇ ਕੌਤਕ ਉਹ ਸਾਰੇ ਪਿੱਛੇ ਜਿਵੇਂ ਲਾਹੌਰ ਦੇ ਸੂਬੇ ਅਨਾਇਤ ਖਾਂ ਨੇ ਜਦੋਂ ਭਾਈ ਸਾਹਿਬ ਦੀ ਪਰਖ ਕਰਨੀ ਚਾਹੀ, ਇਉਂ ਕਿ ਉਹ ਘੋੜੀ ਉੱਪਰ ਇੱਕੇ ਪਾਸੇ ਚਰਨ ਕਰਕੇ ਕੋਈ ਕਿਵੇਂ ਬਹਿ ਸਕਦਾ ਹੈ, ਬੇਨਤੀ ਕਰਕੇ ਆਪਣੇ ਲਾਹੌਰ ਸ਼ਹਿਰ ਵਿੱਚ ਲੈ ਕਰਕੇ ਗਏ। ਭਾਈ ਸਾਹਿਬ ਜੀ ਸਿੱਖਾਂ ਸਮੇਤ ਉੱਥੇ ਪਹੁੰਚੇ। ਜਦੋਂ ਇੱਥੋਂ ਵਾਪਸ ਆਉਣਾ ਸੀ, ਇਸ ਨੇ ਸਾਧ ਸੰਗਤ ਜੀ ਫਿਰ ਜਿਵੇਂ ਉਹ ਜੈਸੀ ਜਿਹੜੀ ਮੂੰਹ ਜੋਰ ਘੋੜੀ ਦੇ ਕਰਕੇ ਫਿਰ ਉਹ ਪਰਖਣਾ ਵਾਸਤੇ ਮਗਰ ਆਪਣੇ ਸੈਨਿਕਾਂ ਦਾ ਭੇਜਣਾ। ਸਤਿਪੁਰਖ ਇੱਕੇ ਪਾਸੇ ਹੀ ਚਰਨ ਕਰਕੇ ਬੈਠੇ ਤੇ ਸਹੀ ਸਲਾਮਤ ਜਿਵੇਂ ਰਮਦਾਸ ਪਹੁੰਚੇ ਉਹ ਸਾਰਾ ਪ੍ਰਸੰਗ ਆਪ ਜੀਆਂ ਸ਼ਰਵਣ ਕੀਤਾ। ਫਿਰ ਸਾਧ ਸੰਗਤ ਜੀ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 10ਵੀਂ ਜੋਤ ਅਨੇਕਾਂ ਕੌਤਕ ਕਰਨ ਤੋਂ ਬਾਅਦ ਦਮਦਮਾ ਸਾਹਿਬ ਜਦੋਂ ਖਾਲਸਾ ਜੀ ਠਹਿਰੇ ਹੈ ਗੁਰੂ ਕਾਂਸ਼ੀ ਤਲਵੰਡੀ ਸਾਬੋ,
ਇੱਥੇ ਸਾਧ ਸੰਗਤ ਜੀ, ਇਹਨਾਂ ਦੇ ਮਾਤਾ ਭਾਈ ਸਾਹਿਬ ਭਾਈ ਰਾਮ ਕੌਰ ਜੀਆਂ ਦੇ ਮਾਤਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਭਾਈ ਰਾਮ ਕੌਰ ਜੀਆਂ ਨੂੰ ਆਪਣੇ ਵਾਪਸ ਨਗਰ ਰਮਦਾਸ ਕੇ ਲੈ ਗਏ ਸੀ। ਭਾਈ ਸਾਹਿਬ ਜੀਆਂ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਪ੍ਰਣ ਕੀਤਾ ਹੋਇਆ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਪ੍ਰਸ਼ਾਦਾ ਨਹੀਂ ਛਕਦਾ। ਮਹਾਰਾਜ ਨੇ ਸਿੱਖ ਦੀ ਇੱਛਾ ਪੂਰੀ ਕਰਨ ਵਾਸਤੇ ਵਰਦਾਨ ਰੂਪ ਬਚਨ ਕਹੇ ਕਿ ਤੁਸੀਂ ਸ਼ਿਕਾਰ ਦੇ ਬਹਾਨੇ ਜਦੇ ਹੀ ਬਾਹਰ ਉਜਾੜ ਵਿੱਚ ਜਾਇਆ ਕਰੋਗੇ, ਅਸੀਂ ਤੁਹਾਨੂੰ ਦਰਸ਼ਨ ਦੇ ਕੇ ਨਿਹਾਲ ਕਰਿਆ ਕਰਾਂਗੇ। ਤੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਨਿਤਾ ਪ੍ਰਤੀ ਇਹਨਾਂ ਨੂੰ ਦਰਸ਼ਨ ਦੇਣੇ। ਫਿਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਸੱਚਖੰਡ ਪਿਆਨਾ ਕੀਤਾ, ਉਥੇ ਖਾਲਸਾ ਜੀ ਜਿਹੜੇ ਸਿੰਘ ਯੁੱਧ ਦੇ ਚਾਉ ਵਾਲੇ ਸੀ, ਉਹ ਭਾਈ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਾ ਰਲੇ। ਕੁਝ ਸਿੰਘ ਖਾਲਸਾ ਜੀ ਸਾਧੂ ਬਿਰਤੀ ਦੇ ਬੰਦਗੀ ਵਿੱਚ ਲੀਨ ਹੋ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦਾ ਸਰੂਪ ਦਾ ਧਿਆਨ ਧਰਨ ਲੱਗੇ। ਕੁਝ ਸਿੰਘ ਖਾਲਸਾ ਜੀ ਹਜੂਰ ਸਾਹਿਬ ਹੀ ਠਹਿਰ ਗਏ। ਤੋ ਕੁਝ ਸਿੰਘ ਜਿਹੜੇ ਸੀ ਜਿਨ੍ਹਾਂ ਤੋਂ ਮਹਾਰਾਜ ਦਾ ਵਿਛੋੜਾ ਸਰਗੁਣ ਸਰੂਪ ਦਾ ਸਹਿਆ ਨਾ ਗਿਆ, ਵਿਰਾਗੀ ਹੋਏ ਰਮਦਾਸ ਕੇ ਨਗਰ ਵਿੱਚ ਆਏ। ਮਾਝੇ ਵਿੱਚ ਮਨ ਵਿੱਚ ਇੱਛਾ ਕੀਤੀ ਕਿ ਜਾਣਦੇ ਸੀ ਵੀ ਭਾਈ ਰਾਮ ਕੌਰ ਜੀਆਂ ਨੂੰ ਗੁਰੂ ਕਲਗੀਧਰ ਮਹਾਰਾਜ ਅਜੇ ਵੀ ਪ੍ਰਤੱਖ ਦਰਸ਼ਨ ਦਿੰਦੇ ਆ। ਰਮਦਾਸ ਕੇ ਨਗਰ ਆ ਕਰਕੇ ਭਾਈ ਸਾਹਿਬ ਦੇ ਚਰਨੀ ਬੇਨਤੀ ਕੀਤੀ ਕਿ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਥਾ ਸਾਰਾ ਪ੍ਰਸੰਗ ਅਥਵਾ 10 ਪਾਤਸ਼ਾਹੀਆਂ ਦਾ ਸਾਰਾ ਪ੍ਰਸੰਗ ਕਥਾ ਜੀਵਨ ਕੌਤਕ ਆਪ ਦੀ ਸ਼ਰਵਣ ਕਰਵਾਓ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅਜਾਨ ਬਾਹੂ ਮਹਾਬਲੀ ਦਰਵੇਸ਼ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਨੇ ਔਰੰਗੇ ਦੀ ਬੜੀ ਭਾਰੀ ਫੌਜ ਨਾਲ ਕੁਝ ਸਿੰਘ ਲੈ ਕਰਕੇ ਮੁਕਾਬਲਾ ਕੀਤਾ, 14 ਜੰਗ ਲੜੇ, ਸਾਰੇ ਹੀ ਗਰੀਬ ਨਵਾਜ਼ ਨੇ ਫਤਿਹ ਕੀਤੇ, ਜਿਨ੍ਹਾਂ ਦੇ 4 ਸਾਹਿਬਜ਼ਾਦੇ ਵੀ ਸ਼ਹੀਦ ਹੋਏ, ਪਰ ਮੱਥੇ ਉੱਪਰ ਰੰਚਕ ਮਾਤਰ ਵੀ ਤਿੰਨਾਂ ਦੇ ਸ਼ੋਕ ਨਹੀਂ ਕਿਸੇ ਵੇਖਿਆ। ਇਉਂ ਫਿਰ ਉਹ 13 ਸਿੰਘਾਂ ਨੇ ਖਾਲਸਾ ਜੀ ਭਾਈ ਰਾਮ ਕੌਰ ਜੀ ਦੇ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਮਹਿਮਾ ਵਡਿਆਈ ਕੀਤੀ। ਇਸ ਤੋਂ ਬਾਅਦ ਫਿਰ ਉਹ ਅੱਗੇ ਭਾਈ ਸਾਹਿਬ ਨੂੰ ਜਿਵੇਂ ਬੇਨਤੀਆਂ ਕਰਦੇ ਆ ਸਿੱਖ ਵੀ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਆਪ ਜੀ ਸ਼ਰਵਣ ਕਰਵਾਓ। ਫਿਰ ਅੱਗੇ ਭਾਈ ਸਾਹਿਬ ਜੀ ਜਿਵੇਂ ਉਹ ਇਤਿਹਾਸ ਪ੍ਰਾਰੰਭ ਕਰਦੇ ਵਾ, ਉਹ ਅੱਗੇ ਪ੍ਰਸੰਗ ਆਵੇਗਾ। ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ, ਤਿੰਨਾਂ ਤੋਂ ਜਿਹੜਾ ਉਦਾਸੀਨ ਪੰਥ ਚੱਲਿਆ ਵਾ, ਉਹ ਸਾਰਾ ਪ੍ਰਸੰਗ ਜਾ ਰਿਹਾ। ਆਪ ਸਭ ਸੰਗਤਾਂ ਭਾਈ ਮਨ ਚਿਤ ਬਿਰਤੀਆਂ ਇਕਾਗਰ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਰਸਨਾ ਕਰੋ ਜੀ ਪਵਿੱਤਰ, ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਹਰਤਾ ਬਿਘਨਾਨ ਮਹਾਅਘ ਕੋ। ਕਵੀ ਜੀ ਉਹ ਸਾਰਾ ਅੱਗੇ ਜਿਵੇਂ ਪਿੱਛੇ ਖਾਲਸਾ ਜੀ ਆਪ ਜੀ ਉਹ ਮੰਗਲ ਜਿਹੜਾ ਨਿਤਾ ਪ੍ਰਤੀ ਇੱਕ ਸ਼ਰਵਣ ਕਰਦੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਮੰਗਲ ਕਵੀ ਜੀ ਇਸ਼ਟ ਗੁਰੂ ਦਾ ਮੰਗਲ ਕਰਦੇ। ਇਉਂ ਲਿਖ ਰਹੇ ਕਹਿ ਰਹੇ ਵੈ ਹਰਤਾ ਬਿਘਨਾਨ ਮਹਾਅਘ ਕੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਬਿਘਨਾ ਔਂਕੜਾਂ ਮੁਸ਼ਕਲਾਂ ਕਠਨਾਂ ਨੂੰ ਹਰਤਾ ਹਰਨ ਵਾਲੇ ਆ, ਨਾਸ਼ ਕਰਨ ਵਾਲੇ ਆ। ਤੇ ਨਾਲ ਹੀ ਗੁਰੂ ਰਾਮਦਾਸ ਜੀ ਮਹਾਰਾਜ ਮਹਾਅਘ ਕੋ, ਜਿਹੜੇ ਵੱਡੇ ਜੀਵਾਂ ਨੇ ਪਾਪ ਕੀਤੇ ਆ ਉਹਨਾਂ ਪਾਪਾਂ ਦਾ ਵੀ ਨਾਸ਼ ਕਰਨ ਵਾਲੇ ਆ। ਅੰਮ੍ਰਿਤਸਰ ਸਾਹਿਬ ਖਾਲਸਾ ਜੀ ਗੁਰੂ ਗਰੀਬ ਨਵਾਜ ਜੀਆਂ ਅੰਮ੍ਰਿਤ ਸਰੋਵਰ ਦੀ ਸਥਾਪਨਾ ਕੀਤੀ। ਵਰਦਾਨ ਬੇਅੰਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਫਿਰ ਇਸ ਸਰੋਵਰ ਨੂੰ ਦਿੱਤੇ, ਪਰ ਸ਼ਹਿਰ ਗੁਰੂ ਰਾਮਦਾਸ ਕੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਛੋਹ ਪ੍ਰਾਪਤ ਵਸਾਇਆ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੰਤਹੁ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੁਆ ਹੈ ਜੀ ਕਾ। ਬੇਅੰਤ ਵਰਦਾਨ ਖਾਲਸਾ ਜੀ ਇਹ ਪਾਵਨ ਪਵਿੱਤਰ ਸਥਾਨ ਨੂੰ ਮਿਲੇ ਹਨ।
ਤੋ ਇਹ ਪਾਵਨ ਪਵਿੱਤਰ ਸਥਾਨ ਜਿਹੜਾ ਮਹਾ ਵੱਡੇ ਵੱਡੇ ਪਾਪੀਆਂ ਦੇ ਕੀਤੇ ਹੋਏ ਪਾਪਾਂ ਦਾ ਨਾਸ਼ ਕਰਨ ਵਾਲਾ ਹੈਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਭ ਕੌਤਕ ਕਰਨ ਵਾਲੇ ਤੋ ਜੀਵਾਂ ਦੇ ਪਾਪਾਂ ਦਾ ਨਾਸ਼ ਕਰਨ ਵਾਲੇ ਆ ਗੁਰੂ ਰਾਮਦਾਸ ਮਹਾਰਾਜ ਜੀ। ਔਰ ਆਤਮ ਗਿਆਨ ਪ੍ਰਕਾਸ਼ਤ ਜਾਂ ਹਰ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਵੀ ਜੀ ਕਹਿੰਦੇ ਆ ਕਿ ਹਿਰਦੇ ਵਿੱਚ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰੇਗਾ ਉਹਨਾਂ ਦੇ ਹਿਰਦੇ ਵਿੱਚੋਂ ਜਿਹੜਾ ਵਾ ਅਗਿਆਨ ਦਾ ਨਾਸ਼ ਕਰ ਦੇਣਗੇ ਤੇ ਜਿਹੜਾ ਅਪਰੋਖ ਗਿਆਨ ਹੈ ਪਰਮੇਸ਼ਰ ਦਾ ਤੋ ਜਾਂ ਫਿਰ ਆਤਮ ਗਿਆਨ ਖਾਲਸਾ ਜੀ ਸਵੈਮ ਦਾ ਗਿਆਨ ਜਿਹੜਾ ਪਰਮ ਆਪੇ ਦਾ ਸੁੱਧ ਸਰੂਪ ਦਾ ਆਤਮਾ ਦਾ ਗਿਆਨ ਕੋ ਹੰ ਅਸੀਂ ਕੌਣ ਹਾਂ ਉਹਦੀ ਬਾਬਤ ਸੰਸਾਰ ਤੇ ਕੀ ਕਾਰਜ ਨੂੰ ਆਏ ਹਾਂ ਇਹ ਸਾਰਾ ਜਿਹੜਾ ਆਤਮ ਗਿਆਨ ਹੈ ਹਿਰਦੇ ਵਿੱਚ ਪ੍ਰਕਾਸ਼ ਕਰ ਦਿੰਦੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜਾ ਸਤਿਗੁਰਾਂ ਦੇ ਚਰਨੀ ਪੈਂਦਾ ਹੈ ਧਿਆਨ ਧਰਦਾ ਹੈ। ਕਿਵੇਂ ਪ੍ਰਕਾਸ਼ ਕਰ ਦਿੰਦੇ ਹਿਰਦੇ ਵਿੱਚ ਆਤਮ ਗਿਆਨ ਜਿਉ ਹਰ ਨਾਮ ਖਾਲਸਾ ਜੀ ਸੂਰਜ ਦਾ ਵੀ ਆ ਜਿਵੇਂ ਹਰ ਕਹੀਏ ਸੂਰਜ ਹਨੇਰੇ ਨੂੰ ਨਾਸ਼ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰ ਦੇਵੈ ਜਿਵੇਂ ਸੂਰਜ ਪ੍ਰਕਾਸ਼ ਕਰਦਾ ਵੈ ਉਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਮਹਾਰਾਜ ਹਿਰਦੇ ਵਿੱਚ ਜਿਹੜਾ ਵੈ ਉਹ ਚਾਨਣ ਕਾਹਦਾ ਗਿਆਨ ਦਾ ਚਾਨਣ ਕਰ ਦਿੰਦੇ ਹਨ। ਹਰ ਦੇਤ ਬਸਾਏ ਸੋ ਦਾਸਨ ਕੇ ਇਸੇ ਪ੍ਰਕਾਰ ਜਿਹੜੇ ਵੈ ਗੁਰੂ ਰਾਮਦਾਸ ਜੀ ਮਹਾਰਾਜ ਐਸੇ ਹਨ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਿਹੜੇ ਜਿਨ੍ਹਾਂ ਨੇ ਖਾਲਸਾ ਜੀ ਆਪਦੇ ਹਿਰਦੇ ਵਿੱਚ ਵਸਾਇਆ ਗੁਰੂ ਰਾਮਦਾਸ ਮਹਾਰਾਜ ਨੂੰ ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਹਰ ਦੇਤ ਹਰੀ ਪਰਮੇਸ਼ਰ ਦੇ ਨਾਲ ਮਿਲਾਉਣਾ ਕਰਦੇ ਆਪਦੇ ਦਾਸਾਂ ਨੂੰ ਪਰਮੇਸ਼ਰ ਵਿੱਚ ਹੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਉਸ ਪਰਮੇਸ਼ਰ ਨਾਲ ਮੇਲ ਦਿੰਦੇ ਹਨ। ਕਮਲ ਆਸਣ ਧਿਆਵਤ ਜਾਹੇ ਭਜੇ ਹਰ ਕਮਲ ਤੇ ਆਸਣ ਕਿਹਦਾ ਖਾਲਸਾ ਜੀ ਬ੍ਰਹਮੇ ਦਾ ਹੈ ਬ੍ਰਹਮਾ ਵਰਗੇ ਜਿਹੜੇ ਮਹਾਨ ਦੇਵ ਲੋਕ ਜਾਂ ਦੇਵਤੇ ਵੈ ਦੇਵਤਿਆਂ ਦੀ ਆਦ ਮੰਨੇ ਐ ਇਹੋ ਜੇ ਕਮਲਾਸਨ ਬ੍ਰਹਮਾ ਵਰਗੇ ਵੀ ਧਿਆਵਤ ਉਸ ਗੁਰੂ ਰਾਮਦਾਸ ਮਹਾਰਾਜ ਨੂੰ ਧਿਆਉਂਦੇ ਵੈ ਧਿਆਨ ਧਰਦੇ ਵੈ ਫਿਰ ਜਾਹੇ ਭਜੇ ਹਰ ਜਿਹਨੂੰ ਹਰ ਖਾਲਸਾ ਜੀ ਸ਼ਿਵ ਭਗਵਾਨ ਨੂੰ ਕਹਿੰਦੇ ਆ ਹਰ ਵਿਸ਼ਨੂੰ ਨੂੰ ਵੀ ਕਹਿੰਦੇ ਆ ਜਿਹਨੂੰ ਵਿਸ਼ਨੂੰ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤੇ ਜਿਹੜੇ ਵੈ ਜਿਸ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰਦੇ ਹਨ ਹਰ ਬੰਸ ਵਿਖੇ ਅਵਤਾਰ ਭਏ ਤੇ ਇਸੇ ਪ੍ਰਕਾਰ ਕਵੀ ਜੀ ਕਹਿੰਦੇ ਹਰ ਬੰਸ ਹਰ ਸੂਰਜ ਵੰਸ਼ ਵਿੱਚ ਜਿਨ੍ਹਾਂ ਦਾ ਅਵਤਾਰ ਹੋਇਆ ਭਾਵੇਂ ਸ਼੍ਰੀ ਰਾਮਚੰਦਰ ਤੋਂ ਮੁਰਾਦ ਹੈ ਕਵੀ ਜੀ ਦੀ ਜਿਸ ਰਾਮਚੰਦਰ ਜੀਆਂ ਦਾ ਜਿਹੜਾ ਸੂਰਿਆ ਵੰਸ਼ ਵਿੱਚ ਜਾਂ ਸੂਰਜ ਵੰਸ਼ੀ ਸਨ ਉਹਨਾਂ ਇਸ ਵੰਸ਼ ਵਿੱਚ ਜਿਨ੍ਹਾਂ ਦਾ ਅਵਤਾਰ ਹੋਇਆ ਹੱਥ ਰਾਵਣ ਕੋ ਲਿਆ ਸੰਗ ਚਮੂ ਹਰ ਜੋ ਰਾਵਣ ਨੂੰ ਜਿਨ੍ਹਾਂ ਨੇ ਹੱਤਿਆ ਕੀਤੀ ਭਗਵਾਨ ਰਾਮਚੰਦਰ ਨੇ ਜਿਸ ਰਾਵਣ ਦਾ ਵੱਧ ਕੀਤਾ ਕਿਵੇਂ ਲੀਏ ਸੰਗ ਚਮੂ ਹਰ ਨਾਲ ਹਰ ਬਾਂਦਰ ਨੂੰ ਕਹਿੰਦੇ ਵੈ ਹਰ ਜਿਹੜੀ ਵੈ ਬਾਂਦਰਾਂ ਦੀ ਚਮੂ ਫੌਜ ਨਾਲ ਲੈ ਕਰਕੇ ਰਾਵਣ ਦਾ ਵੱਧ ਜਿਸ ਰਾਮਚੰਦਰ ਨੇ ਕੀਤਾ ਭਾਵ ਗੁਰੂ ਜੀ ਕਵੀ ਸੰਤੋਖ ਸਿੰਘ ਜੀ ਦਾ ਕਿ ਇਹ ਰਾਮਚੰਦਰ ਜੀ ਵੀ ਬ੍ਰਹਮਾ ਜੀ ਵੀ ਹਰੀ ਜੀ ਵਿਸ਼ਨੂੰ ਤੇ ਨਾਲ ਸ਼ਿਵ ਭਗਵਾਨ ਸਭ ਦੇਵੀ ਦੇਵਤੇ ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰਦੇ ਹਨ। ਜਦੋਂ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਖੁਦਾਈ ਹੋਈ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਆਣ ਬੇਨਤੀਆਂ ਕੀਤੀਆਂ ਕਿ ਇਹ ਸੱਚੇ ਪਾਤਸ਼ਾਹ ਜੀ ਅਸੀਂ ਚਿੱਟੇ ਕੱਪੜਿਆਂ ਵਿੱਚ ਬਹੁਤ ਦਿਵ ਰੂਪ ਜਿਨ੍ਹਾਂ ਦਾ ਬੜਾ ਸੁੰਦਰ ਸਰੂਪ ਸੀ ਅਸੀਂ ਵੇਖਦੇ ਹਾਂ ਜਿਉਂ ਸਰੋਵਰ ਦੀ ਖੁਦਾਈ ਹੋ ਰਹੀ ਹੈ ਸਥਾਨ ਬਣ ਰਿਹਾ ਰੋਜ਼ ਆ ਕਰਕੇ ਹੱਥੀਂ ਟੋਕਰੀ ਬੱਠਲ ਚੁੱਕ ਕੇ ਸੇਵਾ ਕਰਦੇ ਮਿੱਟੀ ਢਾਉਂਦੇ ਆ ਪਰ ਸ਼ਾਮ ਨੂੰ ਜਦੋਂ ਸੰਗਤ ਵਿਸ਼ਰਾਮ ਕਰਦੀ ਫਿਰ ਨਹੀਂ ਦਿਸਦੇ ਜਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਸਵਾ ਪਹਿਰ ਰਹਿੰਦੇ ਹੀ ਰਾਤ ਜਿਹੜੇ ਉਹ ਆ ਜਾਂਦੇ ਆ ਮਹਾਰਾਜ ਕੌਣ ਹੈ ਤੇ ਕਿੱਥੋਂ ਆਉਂਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਫਿਰ ਸਿੱਖਾਂ ਨੂੰ ਦੱਸਿਆ ਕਿ ਭਾਈ ਇਹ ਜਿਹੜੇ ਵੈ ਇੰਦਰ ਵਰਗੇ ਬ੍ਰਹਮਾ ਵਰਗੇ ਦੇਵੀ ਦੇਵਤੇ ਆਪਣੇ ਹੱਥ ਸਫਲੇ ਕਰਦੇ ਆ ਰਾਮਦਾਸ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਘਰ ਬਣ ਰਿਹਾ ਇੱਥੇ ਸੇਵਾ ਕਰਕੇ ਆਪਣੇ ਵੱਡੇ ਭਾਗ ਜਾਣਦੇ ਹਨ। ਤੋ ਇਹੋ ਜਿਹੇ ਖਾਲਸਾ ਜੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੂੰ ਦੇਵੀ ਦੇਵਤੇ ਜਿਨ੍ਹਾਂ ਦਾ ਧਿਆਨ ਧਰਦੇ ਆ ਜਿਨ੍ਹਾਂ ਦੇ ਚਰਨਾਂ ਦਾ ਪੂਜਨ ਕਰਦੇ ਹਨ। ਹਰਦਾਸ ਤਨੈ ਰਮਦਾਸ ਗੁਰੂ ਤੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਭਾਈ ਹਰਦਾਸ ਜੀਆਂ ਦੇ ਤਨੈ ਪੁੱਤਰ ਸਨ
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਹੜੇ ਮਹਾਨ ਗੁਰੂ ਹੋਏ ਹਨ। ਮ੍ਰਿਗ ਮੋਹ ਸੰਘਾਰਤ ਜਾਂ ਵੱਢ ਕੇ ਹਰ। ਆ ਕਹਿੰਦੇ ਆ ਕਵੀ ਜੀ ਕਿ ਮੋਹ ਰੂਪੀ ਮ੍ਰਿਗ ਹਰਨੀ ਨੂੰ ਇਉਂ ਸੰਘਾਰਤ ਮਾਰ ਦੇਵੇ, ਜਿਉਂ ਵੱਢ ਕੇ ਹਰ, ਜਿਵੇਂ ਵੱਡਾ ਸ਼ੇਰ ਕੋਈ ਹਰਨੀ ਦਾ ਸ਼ਿਕਾਰ ਕਰਦਾ, ਮਾਰ ਮੁਕਾਉਂਦਾ। ਗੁਰੂ ਰਾਮਦਾਸ ਮਹਾਰਾਜ ਜੀ ਵੱਡੇ ਘੇਰੀ ਸਾਰਦੂਲ ਸ਼ੇਰ ਵਰਗੇ ਹੈ, ਜਿਹੜੇ ਮੋਹ ਰੂਪੀ ਜੀਵਾਂ ਜਾਂ ਸਿੱਖਾਂ ਦੇ ਮੋਹ ਰੂਪੀ ਹਰਨੀ ਨੂੰ ਮਾਰ ਮੁਕਾਉਂਦੇ ਹਨ। ਕਬਿਤ ਸਤਨਾਮ ਵਾਹਿਗੁਰੂ ਸਾਹਿਬ ਜੀਓ। ਭਾਈ ਰਾਮ ਕੋਇਰ ਤੁਮ ਲਹੋ। ਤੋ ਅੱਗੇ ਖਾਲਸਾ ਜੀ ਜਥਾ ਪ੍ਰਸੰਗ ਆਪ ਜੀਆਂ ਕੱਲ ਸਰਵਣ ਕੀਤਾ, ਉਹ ਕੁਝ ਪ੍ਰਸੰਗ ਜਿਹੜਾ ਵਾ ਉਹ ਸਮਾਂ ਹੋਣ ਕਰਕੇ ਰਹਿ ਗਿਆ ਸੀ। ਪਹਿਲੀ ਰਾਸ ਪੰਜਵਾਂ ਅੰਸੂ। ਭਾਈ ਰਾਮ ਕੋਇਰ ਜੀਆਂ ਦੇ ਪਾਸ ਜਦੇ ਫਿਰੇ ਸਾਧ ਸੰਗਤ ਸਿੰਘ ਆਏ ਨਾਦੇੜ ਸਾਹਿਬ ਤੋਂ। ਉਹਨਾਂ ਸਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲਾਂ ਮਹਿਮਾ ਕੀਤੀ, ਫਿਰ ਬੇਨਤੀ ਕੀਤੀ, ਭਾਈ ਰਾਮ ਕੋਇਰ ਤੁਮ ਲਹੋ। ਹੇ ਭਾਈ ਰਾਮ ਕੋਇਰ ਜੀ, ਤੁਸੀਂ ਸਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨੀ ਰਹੇ ਹੋ। ਤੁਸੀਂ ਭਲੀ ਪ੍ਰਕਾਰ ਸਭ ਮਹਾਰਾਜ ਦੀ ਮਹਿਮਾ ਜਾਣਦੇ ਹੋ। ਸਰਬ ਰੀਤ ਸੋ ਸਮਰੱਥ ਆਹੋ। ਕਿਉਂਕਿ ਤੁਸੀਂ ਸਭ ਪਾਸਿਆਂ ਤੋਂ ਬ੍ਰਹਮ ਗਿਆਨੀ ਹੋਣ ਕਰਕੇ ਸਮਰੱਥ ਹੋ। ਕਰਹਾ ਲਿਖਾਵਣ ਗੁਰ ਕੀ ਕਥਾ। ਇਸ ਕਰਕੇ ਤੁਸੀਂ ਕਰੋ ਕਿਰਪਾ ਤੇ ਪਾਤਸ਼ਾਹ ਦੀ ਕਥਾ ਸਾਨੂੰ ਜਿਹੜੀ ਲਿਖਾਉਣੀ ਕਰੋ। ਵੇਖੀ ਸੁਣੀ ਸੁਣਾ ਵਹਤ ਥਾ। ਜਿਹੋ ਜੀ ਤੁਸੀਂ ਵੇਖੀ ਵੈ ਜਾਂ ਤੁਸੀਂ ਸੁਣੀ ਹੈ, ਉਹ ਸਾਰੀ ਕਥਾ ਆਪਦੀ ਸਾਨੂੰ ਸ਼ਰਵਣ ਕਰਵਾਓ ਤੇ ਲਿਖਵਾਉਣੀ ਕਰੋ। ਪ੍ਰਥਮੈ ਅਸ਼ਟ ਗੁਰਨ ਕੀ ਕਥਾ। ਪਹਿਲਾਂ ਜਿਹੜੀ 8 ਗੁਰੂ ਸਾਹਿਬਾਨ ਹਨ, ਕਰਹਾ ਸੁਨਾਵਨ ਭੇ ਜਗ ਜਥਾ। ਉਹ ਜਿਵੇਂ ਸੰਸਾਰ ਵਿੱਚੋਂ ਆਏ, ਜਿਵੇਂ ਮਹਾਰਾਜ 8 ਪਾਤਸ਼ਾਹੀਆਂ ਕੌਤਕ ਕੀਤੇ, ਗੁਰਤਾ ਤਿਲਕ ਜੋਤੀ ਜੋਤ ਸਮਾਉਣਾ ਅਵਤਾਰ 8 ਪਾਤਸ਼ਾਹੀਆਂ ਦੀ। ਹੈ ਭਾਈ ਰਾਮ ਕੋਇਰ ਜੀ, ਤੁਸੀਂ ਸਾਨੂੰ ਕਥਾ ਲਿਖਾਉਣੀ ਕਰੋ, ਸ਼ਰਵਣ ਕਰਵਾਵੋ। ਜਿਮ ਚਰਿਤਰ ਅਰ ਅਨੇਕ ਪ੍ਰਕਾਰੇ। ਆ ਜਿਵੇਂ ਪਾਤਸ਼ਾਹੀਆਂ ਨੇ ਜਿਹੜੇ ਚਰਿੱਤਰ ਕੀਤੇ ਵੈ, ਜੋ ਵੀ ਕੌਤਕ ਕੀਤੇ, ਜਿੰਨੇ ਉਹ ਜਿਵੇਂ ਵੀ ਜੀਵਾਂ ਨੂੰ ਤਾਰਿਆ, ਕਲਿਆਣ ਕੀਤੀ, ਸਿੱਖੀ ਪਸਾਰੀ, ਨਾਮ ਵਿਸਤਾਰਤ ਕੀਤਾ, ਸਭ ਆਪ ਜੀ ਕਿਰਪਾ ਕਰਕੋ ਸਾਨੂੰ ਦੱਸਣਾ ਕਰੋ। ਕਰ ਨਰ ਸਿੱਖ ਸਮੂਹ ਉਧਾਰੇ। ਤੇ ਕਿਵੇਂ ਜਿਹੜੇ ਵੈ ਮਨਮੁਖਾਂ ਨੂੰ ਗੁਰਸਿੱਖ ਬਣਾ ਬਣਾ ਕਰਕੇ ਉਹਨਾਂ ਦਾ ਉਧਾਰ ਕੀਤਾ। ਪਾਛੇ ਸੰਗਤ ਸਿੱਖ ਸਮਾਜੂ। ਤੇ ਪਿੱਛੇ ਫਿਰ ਜਿਹੜੀ ਭਾਰੀ ਸਿੱਖ ਸੰਗਤ ਪੈਦਾ ਕੀਤੀ, ਭਾਵ ਕਿ ਸੰਗਤ ਥਾਪਣਾ ਕੀਤੀ ਸਿੱਖਾਂ ਦੀ, ਸਮਾਜੂ ਸਮੂਹ ਸਿੱਖਾਂ ਦੀ। ਪੰਥ ਖਾਲਸਾ ਸਿੰਘਣ ਰਾਜੂ। ਤੇ ਬਾਕੀ ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਹਿਬ ਮਹਾਰਾਜ ਦੇ ਸੱਚਖੰਡ ਗਮਣੇ ਮਗਰੋਂ ਜਿਵੇਂ ਫਿਰ ਆ ਪੰਥ ਖਾਲਸੇ ਦਾ ਹੁਣ ਰਾਜ ਹੋਵੇਗਾ ਜਾਂ ਹੋਇਆ ਹੈ। ਪਠਬੇ ਤੇ ਗੁਰ ਕੋ ਜਸ ਜਾਣੈ। ਤੇ ਆਪ ਜੀ ਕਿਰਪਾ ਕਰਕੇ ਸੁਣਾਓ, ਤਾਂ ਕਿ ਸਾਰੇ ਉਹ ਪੜਨ, ਜਦੋਂ ਇਤਿਹਾਸ ਲਿਖਿਆ ਜਾਵੇ ਤੇ ਉਹ ਸਾਰਾ ਇਤਿਹਾਸ ਲਿਖਿਆ ਪੜ ਕੇ ਜੀਵਾਂ ਦੀ ਕਲਿਆਣ ਹੋਵੇ ਤੇ ਸਿੱਖ ਆਨੰਦ ਪ੍ਰਾਪਤ ਕਰਨ। ਸੁਮਤਵੰਤ ਬਹੁ ਭਾਂਤ ਬਖਾਨੈ। ਆ ਜਿਹੜੀ ਸ਼੍ਰੇਸ਼ਟ ਮਤੀ ਵਾਲੇ ਆ ਨਾ, ਉਹ ਬਹੁਤ ਬਹੁ ਭਾਂਤ ਬਖਾਨੈ, ਬੜੀ ਤਰ੍ਹਾਂ ਦੇ ਨਾਲ। ਜਾਂ ਹੇ ਸ਼੍ਰੇਸ਼ਟ ਮਤੀ ਵਾਲੇ ਭਾਈ ਸਾਹਿਬ ਰਾਮ ਕੋਇਰ ਜੀ, ਆਪ ਕਿਰਪਾ ਕਰੋ, ਸਾਰਾ ਇਤਿਹਾਸ ਬਖਾਨੈ ਕਹੀਏ, ਸਾਨੂੰ ਸ਼ਰਵਣ ਕਰਵਾਓ, ਉਹ ਸਾਰਾ ਇਤਿਹਾਸ ਅਸੀਂ ਲਿਖਾਂਗੇ। ਹੋਏ ਗੁਰ ਸਿੱਖਣ ਕੀ ਕਲਿਆਣ। ਤਾਂ ਕਿ ਸ਼੍ਰੇਸ਼ਟ ਮਤੀ ਵਾਲੇ ਹੋਣ ਸਿੱਖ, ਇਹ ਸਾਰਾ ਇਤਿਹਾਸ ਸੁਣ ਕਰਕੇ ਸਿੱਖਾਂ ਦੀ ਅੱਗੇ ਪੀੜੀ ਦਰ ਪੀੜੀ ਸਿੱਖਾਂ ਦੀ ਕਲਿਆਣ ਹੋਵੇ ਕਰੇ। ਅਪਰ ਧਰਹਿ ਸਰਧਾ ਸੁਨ ਕਾਨ। ਤੇ ਬਾਕੀ ਇਹ ਸਾਰਾ ਇਤਿਹਾਸ ਸੁਣ ਕੇ ਜਿਹੜੇ ਨਿਸ਼ਰਦਕ ਲੋਕ ਵੈ, ਉਹ ਵੀ ਸ਼ਰਧਾ ਧਾਰ ਆਉਣਗੇ ਸਾਰਾ ਇਤਿਹਾਸ ਐਸਾ ਗੁਰਾਂ ਦਾ ਸੁਣ ਸੁਣ ਕੇ। ਸਭ ਹਿਨ ਪਰ ਤੁਮਰੋ ਉਪਕਾਰ। ਇਹ ਜੇ ਤੁਸੀਂ ਭਾਈ ਸਾਹਿਬ ਜੀ ਸਾਨੂੰ ਇਤਿਹਾਸ ਸ਼ਰਵਣ ਕਰਾਓ, ਇਤਿਹਾਸ ਲਿਖਿਆ ਜਾਵੇ ਭਾਈ ਰਾਮ ਕੋਇਰ ਜੀ, ਤੇ ਕੀ ਹੋਵੇਗਾ, ਸਿੱਖਾਂ ਦੀ ਨਾਲੇ ਕਲਿਆਣ ਹੋਵੇਗੀ, ਸਾਡੇ ਤੇ ਤੁਹਾਡਾ ਬੜਾ ਵੱਡਾ ਪਰਉਪਕਾਰ ਹੋਵੇਗਾ। ਸਾਨੂੰ ਸ਼ਰਵਣ ਦਰਸ਼ਨ ਕਰਵਾਓ ਗੁਰੂ ਕਲਗੀਧਰ ਮਹਾਰਾਜ ਦੇ। ਸੁਣ ਸੁਣ ਲੈ ਗੁਰਮਤਿ ਕੋ ਧਾਰ। ਤੇ ਸੁਣ ਸੁਣ ਕੇ ਜਿਹੜੀ ਨਾ ਉਹ ਸ਼੍ਰੇਸ਼ਟ ਮਤੀ ਧਾਰ ਕਰ ਲੈਣਗੇ। ਸਭ ਸਿੰਘਨ ਕੀ ਬਿਨਤੀ ਸੁਣ ਕੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੋਇਰ ਜੀਆਂ ਨਦੇੜ ਵਾਲੇ ਸਾਰੇ ਸਿੰਘਾਂ ਦੀ ਜਦ ਬੇਨਤੀ ਸ਼ਰਵਣ ਕੀਤੀ ਸੁਣੀ ਹੈ। ਭਾਈ ਰਾਮ ਕੋਇਰ ਸਭ ਗੁਣ ਕੈ।
ਤੇ ਧੰਨ ਭਾਈ ਰਾਮ ਕੋਇਰ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਆ ਜਾਣਿਆ ਵੀ ਇਹ ਗੱਲ ਜਿਹੜੀ ਕਰ ਰਿਹਾ ਸਿੱਖ ਬਿਲਕੁਲ ਇਹ ਲਾਭ ਦੇਣ ਵਾਲੀ ਗੱਲ ਹੈ, ਪੰਥ ਦੇ ਭਲੇ ਦੀ ਗੱਲ ਹੈ। ਸਾਹਿਬ ਸਿੰਘ ਲਿਖਾਰੀ ਲਿਆਇਬ, ਤੇ ਉਥੇ ਫਿਰ ਸਾਧ ਸੰਗਤ ਜੀ ਭਾਈ ਸਾਹਿਬ ਸਿੰਘ ਜੀ ਲਿਖਾਰੀ ਲਾਏ, ਜਿਹੜੇ 100 ਸਾਖੀ ਦੇ ਵੀ ਲਿਖਾਰੀ ਬਾਬਾ ਰਾਮ ਕੋਇਰ ਜੀਆਂ ਜਿਹੜੀ 100 ਸਾਖੀ ਉਚਾਰੀ, 100 ਸਾਖੀ ਦੇ ਲਿਖਾਰੀ ਵੀ ਇਹੋ ਹੀ ਭਾਈ ਸਾਹਿਬ ਸਿੰਘ ਸਨ। ਇੱਕ ਤਾਂ ਉਹ ਭਾਈ ਸਾਹਿਬ ਸਿੰਘ ਜੀ ਹੋਏ ਆ ਪੰਜ ਪਿਆਰਿਆਂ ਵਿੱਚੋਂ ਗੁਰੂ ਕਲਗੀਧਰ ਮਹਾਰਾਜ ਦਾ ਸਰੂਪ। ਉਹ ਖਾਲਸਾ ਜੀ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸੀ, ਉਹ ਨਹੀਂ ਸਮਝਣੇ। ਇਹ ਹੋਰ ਭਾਈ ਸਾਹਿਬ ਸਿੰਘ ਨਾਮ ਦੇ ਗੁਰਸਿੱਖ ਸਿੰਘ ਸਨ, ਬਾਬਾ ਰਾਮ ਕੋਇਰ ਜੀਆਂ ਦੇ ਪਾਸ ਰਹਿਣ ਵਾਲੇ। ਇਹਨਾਂ ਨੂੰ ਫਿਰ ਭਾਈ ਸਾਹਿਬ ਜੀਆਂ ਨੇ ਲਿਖਾਰੀ ਲਾਉਣਾ ਕੀਤਾ। ਸਭ ਸਤਿਗੁਰ ਕੀ ਕਥਾ ਲਿਖਾਇਬ, ਜਿਵੇਂ ਉਹ ਪੈੜਾ ਮੋਖਾ ਖੱਤਰੀ ਲਿਖਾਰੀ ਸੀਗੇ ਬਾਬਾ ਬਾਲਾ ਜੀਆਂ ਵਾਲੀ ਸਾਖੀ ਦੇ, ਧੰਨ ਬਾਬਾ ਰਾਮ ਕੋਇਰ ਜੀਆਂ ਦੀ ਇਹ ਸਾਖੀ ਦੇ ਵਾਰਤਕ ਇਤਿਹਾਸ ਦੇ ਲਿਖਾਰੀ ਲੱਗੇ ਭਾਈ ਸਾਹਿਬ ਸਿੰਘ ਜੀ। ਤੋ ਇਸੇ ਪ੍ਰਕਾਰ ਫਿਰ ਜਿਹੜਾ ਹੈ ਸਭ ਸਤਿਗੁਰ ਕੀ ਕਥਾ ਲਿਖਾਇਬ, ਭਾਈ ਸਾਹਿਬ ਭਾਈ ਰਾਮ ਕੋਇਰ ਜੀਆਂ ਸਾਰੀ ਫਿਰ ਪਾਤਸ਼ਾਹੀਆਂ ਦੀ ਕਥਾ ਲਿਖਾਉਣੀ ਕੀਤੀ। ਸਾਹਿਬ ਸਿੰਘ ਜੀਆਂ ਨੂੰ ਲਿਖਾਰੀ ਲਾ। ਅਪਰ ਸਿੰਘ ਸੁਣ ਬੇਗਨ ਲਾਗੇ, ਤੇ ਜਿਹੜੇ ਦੂਜੇ ਸਿੰਘ ਸੀ ਸਾਧ ਸੰਗਤ ਜੀ ਉਹ ਸਾਰੇ ਇਹ ਕਥਾ ਭਾਈ ਸਾਹਿਬ ਦੇ ਮੁਖੋਂ ਸੁਣਨ ਲੱਗੇ ਹਨ। ਸ੍ਰੀ ਗੁਰ ਕੇ ਗੁਣ ਸੋ ਅਨੁਰਾਗੇ, ਤੇ ਗੁਰੂ ਪਾਤਸ਼ਾਹੀਆਂ ਦੇ ਗੁਣਾਂ ਦੇ ਅਨੁਰਾਗੇ ਪ੍ਰੇਮੀ ਹੋਏ ਸਿੰਘ ਸਿੱਖ ਜਿਹੜੇ ਸੀ ਉਹ ਸਾਰੇ ਇਹ ਕਥਾ ਸੁਣਨ ਲੱਗੇ। ਜਗ ਲੋਕਣ ਮਹਿ ਦੇ ਕਲਿਆਣ, ਜਿਹੜੇ ਜੁਗ ਲੋਕਣੇ ਲੋਕ ਸੁਖੀਏ ਪਰਲੋਕ ਸੁਹੇਲੇ। ਇਸ ਲੋਕ ਵਿੱਚ ਤੇ ਅਗਾਂਹ ਪਰਲੋਕ ਵਿੱਚ ਵੀ ਜਿਹੜੀ ਕਥਾ ਕਲਿਆਣ ਤੇ ਮੁਕਤੀ ਸੁਖ ਦੇਣ ਵਾਲੀ ਹੈ। ਮਹਾ ਮਹਾਤਮ ਸੁਣਬੇ ਕਾਨ, ਇਹ ਗੁਰੂ ਪਾਤਸ਼ਾਹੀਆਂ ਦਾ ਜਾਂ ਮਹਾਤਮ ਬੜੇ ਭਾਰੀ ਮਹਾਤਮ ਵਾਲੀ ਕਥਾ ਆਪਣੇ ਕੰਨਾਂ ਰਾਹੀਂ ਫਿਰ ਸੰਗਤ ਸੁਣਨ ਲੱਗੀ, ਜਿਹੜੀ ਰਮਦਾਸ ਕੇ ਨਗਰ ਭਾਈ ਰਾਮ ਕੋਇਰ ਜੀਆਂ ਦੇ ਡੇਰੇ ਵਿੱਚ ਸੀ। ਭਾਈ ਰਾਮ ਕੋਇਰ ਜੀਆਂ ਦੇ ਮੁਖੋਂ ਨਿਕਲਿਆ ਇਤਿਹਾਸ ਸਭ ਸੁਣਦੇ, ਜਿਵੇਂ ਬਾਬਾ ਬਾਲਾ ਜੀਆਂ ਦੇ ਮੁਖੋਂ ਨਿਕਲਿਆ ਇਤਿਹਾਸ ਖਡੂਰ ਸਾਹਿਬ ਸੰਗਤ ਸੁਣਦੀ ਰਹੀ। ਇਸੇ ਤਰ੍ਹਾਂ ਖਾਲਸਾ ਜੀ ਇਹ ਸਾਰਾ ਇਤਿਹਾਸ ਸੰਗਤ ਸੁਣ ਰਹੀ ਹੈ। ਸੁਤ ਬਿਤ ਆਦਿਕ ਕੀ ਸੁਖ ਦਾਤਾ, ਆਏ ਕਥਾ ਜਿਹੜੀ ਖਾਲਸਾ ਜੀ ਇਹ ਜਿਹੜੀ ਬਿਤ ਕਹਿੰਦੇ ਆ ਧਨ ਨੂੰ ਤੇ ਸੁਤ ਪੁੱਤਰ ਨੂੰ ਕਹਿੰਦੇ ਆ। ਇਹ ਕਵੀ ਜੀ ਕਹਿੰਦੇ ਉਹ ਕਥਾ ਹੈ ਭਾਈ ਰਾਮ ਕੋਇਰ ਜੀਆਂ ਦੇ ਮੁਖੋਂ ਨਿਕਲੀ, ਜਿਹੜੀ ਪੁੱਤਰ ਦੀ ਦਾਤੀ ਹੈ, ਪੁੱਤਰਾਂ ਦੀ ਵੀ ਬਖਸ਼ਿਸ਼ ਕਰੇ। ਇਹ ਖਾਲਸਾ ਜੀ ਬਿਤ ਧਨ ਸੰਪਤੀ ਦੀ ਵੀ ਦਾਤੀ, ਜੋ ਕਥਾ ਸੁਣੇਗਾ ਪੁੱਤਰ ਵਾਲੇ ਦੀ ਪੁੱਤਰ ਦੀ ਇੱਛਾ ਪੂਰੀ ਹੋਵੇਗੀ। ਬਿਤ ਖਾਲਸਾ ਜੀ ਜੋ ਕੋਈ ਧਨ ਦਾ ਜਿਹੜਾ ਵਾ ਉਹ ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ, ਚਿਤ ਆਵੇ ਉਸ ਪਾਰ ਬ੍ਰਹਮ। ਉਹ ਪਰਮੇਸ਼ਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਨੂੰ ਜਿਹੜਾ ਯਾਦ ਕਰੇਗਾ। ਤੋ ਇਹ ਖਾਲਸਾ ਜੀ ਪਰਮੇਸ਼ਰ ਦੀ ਯਾਦ ਦਿਵਾਉਣ ਵਾਲੀ ਵਾ 10 ਪਾਤਸ਼ਾਹੀਆਂ ਦੀ ਕਥਾ। ਧਨ ਦੀ ਲੋੜ ਖਾਲਸਾ ਜੀ ਕਮੀ ਕਾਹਨੂੰ ਰਹਿਣੀ ਹੈ। ਤੋ ਇਉਂ ਇਹ ਪੁੱਤਰਾਂ ਦੀ ਦਾਤੀ ਹੈ, ਤੋ ਧਨ ਦੀ ਦਾਤੀ ਅਧਿਕ ਇਸ ਤੋਂ ਵੀ ਵੱਧ ਸੁਖ ਦੇਣ ਵਾਲੀ ਇਹ ਕਥਾ ਸਤਿਗੁਰਾਂ ਦੀ। ਕਸ਼ਟ ਕਾਟਬੇ ਦੋ ਦੇ ਬ੍ਰਹਮ ਗਿਆਤਾ, ਤੇ ਬ੍ਰਹਮ ਗਿਆਤਾ ਬਣਾਉਣ ਵਾਲੀ, ਬ੍ਰਹਮ ਗਿਆਨੀ ਬਣਾਉਣ ਵਾਲੀ ਇਹ ਕਥਾ ਹੈ। ਸਾਰੇ ਦੁੱਖਾਂ ਬਿਘਨਾਂ ਕਸ਼ਟਾਂ ਨੂੰ ਕੱਟਣ ਵਾਲੀ ਹੈ। ਔਰ ਸਰਧਾ ਧਰ ਸੁਨੈ ਸੁਨਾਵੈ, ਜਿਹੜੇ ਹਿਰਦੇ ਵਿੱਚ ਸ਼ਰਧਾ ਧਾਰ ਕਰਕੇ ਕਥਾ ਸੁਣਨਗੇ ਤੇ ਅਗਾਂਹ ਜਾ ਕੇ ਸੁਣਾਉਣਗੇ। ਗੁਰ ਸਹਾਇ ਤੇ ਮੁਕਤੀ ਪਾਵੈ, ਉਹ ਗੁਰੂ ਜੀ ਉਹਦੇ ਸਦਾ ਦੋਹੀਂ ਜਹਾਨੀ ਸਹਾਇਕ ਸਹਾਇਤਾ ਕਰਨਗੇ। ਤੇ ਨਾਲ ਹੀ ਕੀ ਹੋਵੇਗਾ, ਉਹ ਜੀਵ ਮੁਕਤੀ ਨੂੰ ਪ੍ਰਾਪਤ ਹੋਵੇਗਾ, ਮੁਕਤੀ ਪ੍ਰਾਪਤ ਹੋਵੇਗੀ। ਦੋਹਰਾ ਸੁਣ ਕੈ ਸਿੰਘਣ ਸਭਨ ਤੇ, ਉਹ ਅੱਗੇ ਖਾਲਸਾ ਜੀ ਇਹ 6ਵੀਂ ਜਿਹੜੀ ਵਾ 6ਵਾਂ ਅੰਸੂ ਪ੍ਰਾਰੰਭ ਹੁੰਦਾ। ਬਾਬਾ ਲਖਮੀ ਚੰਦ ਜੀ ਬਾਬਾ ਸ਼੍ਰੀ ਚੰਦ ਜੀਆਂ ਦੀ ਬਾਬਤ ਫਿਰ ਜਿਵੇਂ ਹੁਣ ਇਤਿਹਾਸ ਅੱਗੇ ਭਾਈ ਰਾਮ ਕੋਇਰ ਜੀ ਜਿਵੇਂ ਅੱਗੇ ਉਚਾਰਦੇ ਦੱਸਦੇ ਵਾ। ਕਵੀ ਜੀ ਕਹਿੰਦੇ ਸੁਣ ਕੈ ਸਿੰਘਨ ਸਭਨ ਤੇ, ਸਾਰੇ ਸਿੰਘਾਂ ਤੋਂ ਜਦੋਂ ਭਾਈ ਰਾਮ ਕੋਇਰ ਜੀਆਂ ਬੇਨਤੀ ਸੁਣੀ ਹੈ। ਪਰ ਉਪਕਾਰ ਵਿਸਾਲ, ਤੇ ਫਿਰ ਭਾਈ ਸਾਹਿਬ ਜੀਆਂ ਨੇ ਬੜਾ ਵੱਡਾ ਪਰ ਉਪਕਾਰ ਕੀਤਾ ਕਥਾ ਸੁਣਾਉਣੇ ਦਾ। ਨਾ ਸਤਿਗੁਰ ਇਤਿਹਾਸ ਜਸ, ਜਿਹੜੇ 9 ਪਾਤਸ਼ਾਹੀਆਂ ਦੇ ਇਤਿਹਾਸ ਸੀ ਨਾ ਜਿਹੜਾ ਸਾਰਾ, ਉਹ ਸਾਰੇ 9 ਸਤਿਗੁਰ ਇਤਿਹਾਸ, ਸਤਿਗੁਰਾਂ ਦੀ ਵਡਿਆਈ ਦਾ ਇਤਿਹਾਸ ਸੁਣਾਉਣਾ ਕੀਤਾ। ਔਰ ਵਿਚਾਰ ਤਿਸ ਕਾਲ, ਤੇ ਹਿਰਦੇ ਵਿੱਚ ਖਾਲਸਾ ਜੀ ਝਾਟੀ ਵਿਚਾਰ ਲਿਆ। ਸਾਨੂੰ ਤਾਂ ਉਹ ਯਾਦ ਕਰਨਾ ਪੈਂਦਾ, ਕੋ ਵਿਚਾਰਨਾ ਪੈਂਦਾ। ਪੜਿਆ ਲਿਖਿਆ ਲਿਖਾਇਆ ਇਤਿਹਾਸ ਵੀ ਖਾਲਸਾ ਜੀ ਉਹ ਸਾਡੇ ਵਰਗਿਆਂ ਨੂੰ ਵਾਚਣਾ ਪੈਂਦਾ ਵਾ। ਉਹ ਬ੍ਰਹਮ ਅਵਸਥਾ ਵਿੱਚ ਖਾਲਸਾ ਜੀ ਬ੍ਰਹਮ ਰੂਪ ਸਨ ਧੰਨ ਭਾਈ ਸਾਹਿਬ ਭਾਈ ਰਾਮ ਕੋਇਰ ਜੀ। ਬਸ ਛਿਣ ਵਿੱਚ ਹੀ ਬਿਰਤੀ ਉੱਥੇ ਲੈ ਗਏ ਜਿੱਥੇ ਗੁਰੂ ਪਾਤਸ਼ਾਹ ਦਾ ਇਤਿਹਾਸ ਜਿੱਥੋਂ ਆਰੰਭ ਕਰਨਾ ਸੀ।
ਜੇ ਆ ਬਾਬਾ ਸ਼੍ਰੀ ਚੰਦ ਜੀਆਂ ਤੋਂ ਆਰੰਭ ਹੋਵੇਗਾ ਇਤਿਹਾਸ ਜੇ, ਤੇ ਛਿਣ ਵਿੱਚ ਹੀ ਖਾਲਸਾ ਜੀ ਬਾਬਾ ਰਾਮ ਕੁਇਰ ਜੀ ਬਿਰਤੀ ਉੱਥੇ ਲੈ ਗਏ ਸੀ ਜਿੱਥੇ ਬਾਬਾ ਸ਼੍ਰੀ ਚੰਦ ਜੀਆਂ ਦਾ ਜਿਹੜਾ ਕਾਲ ਸੀ, ਸਮਾਂ ਸੀ, ਬ੍ਰਹਮ ਗਿਆਨੀ ਜੋ ਹੋਏ। ਤੋ ਇੱਕ ਛਿਣ ਵਿੱਚ ਹੀ ਬੜੀ ਜਲਦੀ ਉਹ ਸਾਰਾ ਹੀ ਇਤਿਹਾਸ ਵਿਚਾਰ ਲਿਆ, ਉਹਦੇ ਜਿਹੜੇ ਵਾ ਮਤ ਅੰਦਰ ਲੈ ਆਂਦਾ। ਚੌਪਈ ਭਾਈ ਰਾਮ ਕੁਇਰ ਸਵਧਾਨ, ਇਸੇ ਤਰ੍ਹਾਂ ਭਾਈ ਸਾਹਿਬ ਜੀ ਰਾਮ ਕੁਇਰ ਜੀ ਸਾਵਧਾਨ ਹੋ ਕਰ ਬੈਠੇ, ਕਹਿਣ ਲੱਗੇ ਗੁਰ ਕਥਾ ਮਹਾਨ, ਤੇ ਸਤਿਗੁਰਾਂ ਦੀ ਮਹਾਨ ਮਹਿਮਾ ਭਰੀ ਕਥਾ ਕਹਿਣ ਲੱਗੇ ਆ। ਜਿਸ ਕੇ ਪਠਤ ਸੁਨਤ ਮਨ ਪਾਵਨ, ਹਾਂ, ਜਿਸ ਕਥਾ ਦੇ ਪੜਨ ਨਾਲ, ਸੁਣਨ ਨਾਲ ਤੇ ਮਨ ਵਿੱਚ ਥਿਰ ਕਰਨ ਦੇ ਨਾਲ, ਚਾਰ ਪਦਾਰਥ ਦੈ ਮਨ ਭਾਵਨ, ਇਹ ਮਨ ਭਾਉਂਦੇ ਜਿਹੜੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼, ਇਹ ਚਾਰੇ ਪਦਾਰਥ ਤਤਛਿਣ ਹੀ ਪ੍ਰਾਪਤ ਹੋ ਜਾਂਦੇ ਆ। ਅਪਰ ਮਹਾਤਮ ਕਹਾਂ ਸੋ ਕਹੀਏ, ਹੋਰ ਕਵੀ ਜੀ ਕਹਿੰਦੇ ਕਥਾ ਦਾ ਕਿੰਨਾ ਕੁ ਮਹਾਤਮ ਹੈ, ਕਿੱਥੋਂ ਤੀਕਰ ਅਸੀਂ ਵਰਣਨ ਕਰੀਏ, ਵਰਣਨ ਨਹੀਂ ਹੋ ਸਕਦਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤਿਰੁਅੰਤ ਨ ਕਿਨਹੀ ਲਹੀਐ। ਇਹ ਕਥਾ ਦੀ ਗੁਰੂ ਪਾਤਸ਼ਾਹੀਆਂ ਦੀ ਕੀ ਮਹਿਮਾ, ਕਵੀ ਜੀ ਕਹਿੰਦੇ ਸਾਥੋਂ ਦੱਸ ਨਹੀਂ ਹੁੰਦੀ ਹੈ, ਬੁੱਧੀ ਤੁੱਛ ਹੈ। ਉੱਤਮ ਸਿੱਖੀ ਕਹ ਪਦ ਲਹੀਏ, ਤੇ ਇਹ ਉੱਤਮ ਸਿੱਖੀ ਦਾ ਪਦ ਪ੍ਰਾਪਤ ਹੋਵੇਗਾ। ਬਸ ਇਹ ਜਾਣ ਲਓ ਕਿ ਉੱਤਮ ਸਿੱਖੀ ਭਾਵ ਕਿ ਸਿੱਖੀ ਵਿੱਚ ਉੱਤਮ ਪਦਵੀ ਪ੍ਰਾਪਤ ਹੋਵੇਗੀ ਜਿਹੜਾ ਵੀ ਕਥਾ ਸੁਣੇਗਾ। ਸਰੋਤਾ ਹੋਤ ਭਏ ਸਵਧਾਨ, ਤੇ ਜਦੇ ਭਾਈ ਰਾਮ ਕੁਇਰ ਸਾਹਿਬ ਜੀ ਕਥਾ ਸੁਣਾਉਣ ਲੱਗੇ ਵਾ, ਜਿੰਨੇ ਸੁਣਨ ਵਾਲੇ ਸੀ ਸਰੋਤੇ, ਉਹ ਖਾਲਸਾ ਜੀ ਤੁਹਾਡੇ ਵਾਂਗਰ ਸਭ ਇਕਾਗਰ ਹੋ ਕੇ ਸਾਵਧਾਨ ਹੋ ਕਰਕੇ ਬੈਠ ਗਏ। ਸ਼੍ਰਵਣ ਕਰਨ ਲਾਗੇ ਰੁਚ ਠਾਨ, ਤੇ ਕੰਨਾਂ ਦੇ ਰਾਹੀਂ ਇਹ ਸਾਰੀ ਕਥਾ ਬੜੀ ਰੁਚੀ ਪ੍ਰੇਮ ਧਾਰ ਕੇ ਸ਼ਰਧਾ ਤੇ ਪ੍ਰੇਮ ਸਹਿਤ ਸੁਣਨ ਲੱਗੇ ਹਨ। ਭਾਈ ਰਾਮ ਕੁਇਰੋ ਵਾਚ ਚੌਪਈ, ਇਸ ਪ੍ਰਕਾਰ ਹੁਣ ਖਾਲਸਾ ਜੀ ਜਿਵੇਂ ਜੀ ਸ਼੍ਰੀ ਬਾਲਾ ਸੰਦਰਵਾਚ ਸ਼੍ਰੀ ਨਾਨਕ ਪ੍ਰਕਾਸ਼ ਅੰਦਰੋਂ ਆਉਂਦਾ ਸੀ ਸਿਰਲੇਖ, ਇੱਥੇ ਰਾਮ ਕੁਇਰੋ ਵਾਚ, ਧੰਨ ਭਾਈ ਸਾਹਿਬ ਭਾਈ ਰਾਮ ਕੁਇਰ ਜੀ ਫਿਰ ਇਤਿਹਾਸ ਸੁਣਾਉਣਾ ਪ੍ਰਾਰੰਭ ਕਰਦੇ ਆ। ਇਉਂ ਵਾਚ ਨਾਮ ਹੁੰਦਾ, ਵਾਚ ਰਹੇ ਵੈ, ਕਹਿ ਰਹੇ, ਆਖ ਰਹੇ ਆ, ਦੱਸ ਰਹੇ ਵੈ, ਸੁਣਾ ਰਹੇ ਆ। ਤੋ ਧੰਨ ਭਾਈ ਸਾਹਿਬ ਭਾਈ ਰਾਮ ਕੁਇਰ ਜੀ ਇਤਿਹਾਸ ਸੁਣਾਉਣਾ ਪ੍ਰਾਰੰਭ ਕਰ ਰਹੇ ਆ। ਪ੍ਰਥਮ ਚਰਨ ਕਲ ਕਾਲ ਵਿਸਾਲਾ, ਭਾਈ ਸਾਹਿਬ ਜੀ ਕਹਿੰਦੇ ਆ ਕਿ ਭਾਈ ਸੁਣੋ ਸਿੱਖੋ, ਅਜੇ ਕਲਯੁਗ ਦਾ ਸਮਾਂ ਸੀ ਜਿਹੜਾ ਵਾ ਉਹ ਪ੍ਰਥਮ ਚਰਨ, ਪਹਿਲੇ ਚਰਨ ਤੇ ਭਾਵ ਕਿ ਕੋਈ 5000 ਵਰਾ ਹੀ ਕਲਯੁਗ ਦੀ ਉਮਰ ਬਤੀਤ ਹੋਈ ਸੀ। 5000 ਵਰਾ ਹੀ ਕਲਯੁਗ ਬਤੀਤ ਹੋਇਆ ਸੀ। ਇਹ ਸਾਧ ਸੰਗਤ ਜੀ 4,32,000 ਵਰਾ ਜਿਹੜੀ ਵਾ ਉਹ ਸ਼ਾਸਤਰਾਂ ਅੰਦਰ ਜਿਹੜੀ ਵਾ ਉਹ ਕਲਯੁਗ ਦੀ ਉਮਰ ਮੰਨੀ ਹੈ। ਤੋ ਅਜੇ 4,32,000 ਵਰੇ ਵਿੱਚੋਂ ਸਾਧ ਸੰਗਤ ਜੀ ਪਹਿਲਾ ਚਰਨ ਕੋ 5,000 ਵਰਾ ਹੀ ਕਲਯੁਗ ਦੀ ਉਮਰ ਅਜੇ ਬਤੀਤ ਹੋਈ ਸੀ। ਕਲਯੁਗ ਚੜੇ ਨੂੰ ਕੋ 5,000 ਵਰਾ ਹੀ ਹੋਇਆ ਸੀ। ਜਹ ਤਹ ਲਾਗੇ ਕਰਨ ਕੁਚਾਲਾ, ਪਰ ਜਿਹੜੇ ਪ੍ਰਿਥਵੀ ਤੇ ਲੋਕ ਸਨ ਜੀਵ, ਉਹ ਜਿੱਥੇ ਕਿਤੇ ਵੇਖੋ ਉੱਥੇ ਹੀ ਭੈੜੇ ਮੰਦ ਕਰਮ ਕਰਨੇ ਸ਼ੁਰੂ ਕਰ ਦਿੱਤੇ ਸੀ। ਮਤ ਬਿਸਤਰੇ ਅਨੇਕ ਕੁਢਾਲੇ, ਤੇ ਭੈੜੀ ਮਤ ਵਾਲੇ ਅਨੇਕਾਂ ਹੀ ਮਤੇ, ਟੇਢੀਆਂ ਚਾਲਾਂ ਚੱਲਣ ਵਾਲੇ, ਮੜੀ ਮਸਾਣੀ, ਦੋਹਰੇ ਆਦਿਕ ਬੇਅੰਤ ਤਰ੍ਹਾਂ ਦੇ ਖਾਲਸਾ ਜੀ ਇਹ ਜਿਹੜੇ ਵਾ ਪਖੰਡ ਸੰਸਾਰ ਤੇ ਬੜੇ ਭਾਰੀ ਚੱਲਣੇ ਸ਼ੁਰੂ ਹੋ ਗਏ ਸਨ। ਨਹ ਸਿਮਰ ਹੈ ਸਤਨਾਮ ਸੁਖਾਲੇ, ਆ ਜਿਹੜਾ ਸੁਖ ਦੇਣ ਵਾਲਾ, ਸੁੱਖਾਂ ਦਾ ਆਲੇ ਘਰ ਵਾਹਿਗੁਰੂ ਵਾਹਿਗੁਰੂ ਨਾਮ ਹੈ ਪਰਮੇਸ਼ਰ ਦਾ, ਉਹ ਤਾਂ ਕਹਿੰਦੇ ਵਾ ਰਾਮ ਕੁਇਰ ਧੰਨ ਬਾਬਾ ਜੀ ਕਿ ਉਹ ਤਾਂ ਕੋਈ ਸਿਮਰਦਾ ਨਹੀਂ ਸੀ। ਦੂਜੇ ਕੰਮਾਂ ਨੂੰ ਜਿਹੜੇ ਆ ਟੂਣੇ ਟਪੱਲਿਆਂ ਨੂੰ ਲੋਕ ਬਹੁਤ ਸ਼ੇਰ ਸਨ। ਕੇਤਕ ਮਤ ਗਿਣੀਏ ਜਗ ਭਏ, ਕਿੰਨੇ ਗਿਣੇ ਨਹੀਂ ਜਾਂਦੇ। ਬੇਅੰਤ ਜਿਹੜੇ ਮਤ ਸੀਗੇ ਨਾ, ਆਪੋ ਆਪਣੀ ਮਤ ਜਿਹੜੇ ਰਸਤੇ ਪੰਥ ਸੰਸਾਰ ਦੇ ਵਿੱਚ ਪ੍ਰਗਟ ਹੋ ਚੁੱਕੇ ਸੀ, ਚੱਲ ਪਏ ਸਨ। ਤਨਕ ਸਿੱਧ ਲਹਿ ਪੰਥ ਚਲਾਏ, ਜਿਹੜੇ ਆਗੂ ਮਾੜੇ ਮੋਟੇ ਸਾਧੂ ਸਨ ਸੰਤ, ਉਹ ਥੋੜੀ ਬਹੁਤੀ ਭਗਤੀ ਕਰਕੇ ਮਾੜਾ ਮੋਟਾ ਧਿਆਨ ਧਰ ਕੇ ਥੋੜੀ ਜੀ ਸਿੱਧੀ ਲੈ ਲੈਂਦੇ ਸੀ ਪਰਮੇਸ਼ਰ ਤੋਂ ਕੋਈ ਸ਼ਕਤੀ, ਤੇ ਫਿਰ ਜਿਹੜਾ ਵੀ ਸ਼ਕਤੀ ਲੈ ਲੈਂਦਾ ਸੀ ਉਹ ਆਪਦਾ ਹੀ ਪੰਥ ਰਸਤਾ ਚਲਾ ਕੇ ਬਹਿ ਜਾਂਦਾ ਸੀ। ਪਰਮੇਸ਼ਰ ਕੋ ਨਹਿ ਪਹਿਚਾਨੈ, ਕੋਈ ਵੀ ਪਰਮੇਸ਼ਰ ਨੂੰ ਨਹੀਂ ਪਛਾਣਦਾ ਸੀ, ਪਰਮੇਸ਼ਰ ਦਾ ਨਾਮ ਕੋਈ ਲੈਂਦਾ ਨਹੀਂ ਸੀ। ਅਪਰ ਵਿਧਨ ਉਪਦੇਸ਼ ਬਖਾਨੈ, ਤੇ ਹੋਰ ਵਿਧੀਆਂ ਨਾਲ ਹੀ ਇਹ ਜਿਹੜੇ ਆਪੋ ਧੀ ਬਣੇ ਗੁਰੂ ਸੀ, ਜਿਹੜੇ ਦੇਹ ਧਾਰੀ, ਉਹ ਪਖੰਡੀ ਲੋਕ ਆਪਦੀ ਮਰਜ਼ੀ ਨਾਲ ਹੀ ਉਪਦੇਸ਼ ਜਿੱਥੋਂ ਕਿਤੋਂ ਦੇਣ ਲੱਗ ਗਏ ਸਨ। ਉਹ ਜਿਵੇਂ ਸਾਧ ਸੰਗਤ ਜੀ ਉਹ ਸਾਖੀ ਆਉਂਦੀ ਹੈ ਕਿ ਕੋਈ ਪਖੰਡੀ ਸਾਧੂ ਸੀ, ਉਹ ਕਿਸੇ ਨਗਰ ਵਿੱਚ ਜਾ ਕੇ ਸ਼ਹਿਰ ਵਿੱਚ ਬਹਿ ਗਿਆ।
ਉੱਥੇ ਉਪਦੇਸ਼ ਦੇਵੇ। ਉਹ ਸੋਹੰ ਦਾ ਜਿਹੜਾ ਵੇ ਉਪਦੇਸ਼ ਦਿਆ ਕਰੇ, ਜਿਹੜੀ ਵੀ ਉਹ ਆਪਦਾ ਮੰਤਰ। ਇਥੋਂ ਦਾ ਰਾਜਾ ਵੀ ਉਹਦਾ ਚੇਲਾ ਬਣਿਆ। ਉਹ ਰਾਜੇ ਨੂੰ ਕਹਿੰਦਾ ਵੀ, ਰਾਜਾ ਜਦੋਂ ਇਹਦੇ ਤੋਂ ਲੈਣ ਗਿਆ ਗੁਰਦੀਖਿਆ, ਉਹ ਜਦੇ ਵੀ ਰਾਜੇ ਨੇ ਸਾਧ ਸੰਗ ਜੀ ਇਹਦੇ ਤੋਂ ਮੰਤਰ ਲੈਣਾ ਚਾਹਿਆ ਹੈ, ਸਾਧੂ ਨੇ ਦਿੱਤਾ ਕਿ ਸੋਹੰ। ਰਾਜਾ ਕਹਿੰਦਾ ਕਿ ਸੰਤੋ ਮੈਨੂੰ ਇਹ ਤਾਂ ਦੱਸੋ ਵੀ ਸੋਹੰਗ ਦਾ ਮਤਲਬ ਕੀ ਹੁੰਦਾ। ਇਹ ਖਾਲਸਾ ਜੀ ਅਨਪੜ੍ਹ ਸਾਧੂ ਸੀ, ਇੱਕ ਹੈ ਪਖੰਡੀ। ਉਹ ਕਹਿੰਦਾ ਸੋਹੰਗ ਦਾ ਮਤਲਬ ਹੁੰਦਾ ਹੈ, ਅਰਥ ਇਹਦਾ ਮਾਇਨੇ ਇਹ ਹੈ ਕਿ ਦੱਸ ਤੈਨੂੰ ਦਈਏ, ਪਰ ਗੱਲ ਇਹ ਹੈ ਵੀ ਇਹ ਸੋਹੰਗ ਦਾ ਅਰਥ ਉਹੀ ਦੱਸ ਸਕਦਾ ਜਿਹੜਾ ਕੋਈ ਪਹੁੰਚਿਆ ਹੋਇਆ ਹੋਵੇ, ਜਾਂ ਕਹਿ ਲਓ ਕੋਈ ਬ੍ਰਹਮ ਗਿਆਨੀ ਤਤ ਬੇਤਾਈ ਜਿਹੜਾ ਤਤ ਭਰਾਗ ਦੀ ਗੱਲ ਦੱਸ ਸਕਦਾ। ਰਾਜਨ ਕਹਿੰਦਾ ਜੀ ਤੁਸੀਂ ਦੱਸੋ। ਉਹ ਕਹਿੰਦਾ ਅਸੀਂ ਦੱਸਦੇ ਨਹੀਂ ਕਿਸੇ ਨੂੰ, ਪਰ ਤੈਨੂੰ ਦੱਸ ਦਿੰਨੇ ਆ। ਸੋਹੰਗ ਦਾ ਅਰਥ ਇਹ ਹੈ ਆਖੇ ਇੱਕ ਬੁੱਢੀ ਮਾਈ ਪਹਾੜੀ ਦੇ ਉੱਪਰ ਚਰਖਾ ਰੱਖ ਕੇ ਲਾਲ ਫੁਲਕਾਰੀ ਲੈ ਛੋਲੇ ਚੱਬੇ। ਇਹ ਸੋਹੰਗ ਦਾ ਅਰਥ ਦੱਸੇ ਉਹ ਰਾਜੇ ਨੂੰ। ਕਹਿੰਦਾ ਰਾਜਨ ਗਾਹ ਨਹੀਂ ਦੱਸਣਾ ਕਿਸੇ ਨੂੰ। ਚਲੋ ਸਾਧ ਸੰਗ ਜੀ ਰਾਜਾ ਮਹਿਲਾ ਨੂੰ ਗਿਆ, ਉਹ ਸੋਹੰਗ ਦਾ ਜਾਪ ਕਰਿਆ ਕਰੇ, ਅਰਥ ਵਿਚਾਰਿਆ ਕਰੇ। ਇਹ ਕਿਤੇ ਸਾਧੂ ਚੜਾਈ ਕਰ ਗਿਆ। ਰਾਜੇ ਨੇ ਆਖਿਆ ਵੀ ਇਹੋ ਜਿਹਾ ਸਾਧੂ ਮਿਲਣਾ ਤਾਂ ਦੁਰਲੱਭ ਹੈ। ਉਹ ਜਿਹੜਾ ਕਿਹੜਾ ਸਾਧੂ ਨਗਰ ਚ ਆਵੇ ਉਸੇ ਨੂੰ ਮਹਿਲਾਂ ਚ ਸਾਧਿਆ ਕਰੇ। ਸੱਦ ਕੇ ਉਹਨੂੰ ਆਖਿਆ ਕਰੇ ਦੱਸ ਵੀ ਸੋਹੰਗ ਦੇ ਸਾਧੂ ਜੀ ਅਰਥ ਦੱਸੋ, ਅਨੁਭਵੀ ਅਰਥ ਦੱਸੋ। ਹੁਣ ਸਾਧ ਸੰਗ ਜਿਹੜੇ ਵਿਦਵਾਨ ਲੋਕ ਸੀ ਉਹ ਸੋਹੰਗ ਦੇ ਅਰਥ ਜਿਵੇਂ ਕਰਦੇ ਵੈ, ਸੋ ਉਹ ਪਰਮੇਸ਼ਰ ਜਿਹੜਾ ਹੈ ਹੰ, ਉਹ ਐੜੇ ਦੀ ਸੰਧੀ ਕੱਢ ਕੇ ਵਿੱਚੋਂ ਜਿਹੜਾ ਹੈ ਅਹੰ ਅਸੀਂ ਪਰਮੇਸ਼ਰ ਹਾਂ, ਜਾਂ ਸੋ ਉਹ ਪਰਮੇਸ਼ਰ ਅਹੰ ਆਤਮਾ, ਪਰਮਾਤਮਾ ਆਤਮਾ ਇੱਕ ਹੈ, ਐਸਾ ਇਹਦਾ ਅਰਥ ਕਰਿਆ ਕਰਨ। ਉਹ ਆਖੇ ਨਹੀਂ ਤੁਸੀਂ ਪਖੰਡ ਕਰਦੇ ਹੋ। ਆਖੇ ਤੋ ਉਹ ਜਿੰਨੇ ਵਿਦਵਾਨ ਇਹਦਾ ਅਰਥ ਕਰਨ ਜਿਹੜੇ ਸੀ ਉਹ ਰਾਜਾ ਚੁੱਕ ਕੇ ਜੇਲ੍ਹ ਚ ਮਾਰਿਆ ਕਰੇ, ਸਾਰੇ ਬੰਦੀ ਬਣਾ ਲਏ। ਇੱਕ ਖਾਲਸਾ ਜੀ ਕੋਈ ਸਾਧੂ ਬ੍ਰਹਮ ਗਿਆਨੀ ਨੂੰ ਪਤਾ ਲੱਗਿਆ ਵੀ ਇਹ ਰਾਜੇ ਦਾ ਮੱਤ ਮਾਰੀ ਗਈ ਹੈ। ਜਿਹੜਾ ਕਿਹੜਾ ਸਾਧੂ ਉਹ ਅਰਥ ਜਦੋਂ ਦੱਸਦੇ ਆ ਸੋਹੰਗ ਦੇ, ਤੇ ਇਹ ਰਾਜਾ ਜਿਹੜਾ ਵਾ ਉਹ ਉਲਟ ਪੈ ਜਾਂਦਾ ਵਾ, ਚੁੱਕ ਕੇ ਉਹਨਾਂ ਨੂੰ ਬੰਦੀਖਾਨੇ ਵਿੱਚ ਬੰਦ ਕਰ ਦਿੰਦਾ। ਇਹ ਸਾਧ ਸੰਗ ਜੀ ਫਿਰ ਉਹ ਨਗਰ ਵਿੱਚ ਜਿਹੜਾ ਉਹ ਬ੍ਰਹਮ ਗਿਆਨੀ ਕੋਈ ਸਾਧੂ ਪੁਰਖ ਸੀ, ਸਿਆਣੇ ਸੀ, ਫਿਰ ਰਾਜੇ ਦੇ ਨਗਰ ਵਿੱਚ ਗਏ। ਇੱਕ ਬੁੱਢੀ ਮਾਈ ਦੇ ਘਰੇ ਠਹਿਰੇ। ਉਹ ਬਜ਼ੁਰਗ ਮਾਈ ਨੂੰ ਫਿਰ ਪੁੱਛਣ ਲੱਗੇ ਵੀ ਇੱਥੇ ਜਿਹੜਾ ਸਾਧੂ ਮਹੰਤ ਪਹਿਲਾਂ ਰਹਿੰਦੇ ਸੀ ਉਹ ਰਾਜਾ ਵੀ ਸੁਣਿਆ ਵਾ ਬੜਾ ਉਹਨਾਂ ਦਾ ਉਪਾਸ਼ਕ ਹੈ। ਕਹਿੰਦੇ ਜੀ ਹਾਂਜੀ ਆ, ਤੇ ਮੈਂ ਤਾਂ ਆਪ ਉਹਨਾਂ ਦੀ ਉਪਾਸ਼ਕ ਹਾਂ। ਉਹ ਵੱਡਾ ਮੰਤਰ ਦਿਆ ਕਰਦੇ ਸੀ। ਉਹ ਪੁੱਛੇ ਇਹ ਮਹਾਤਮਾ ਕਿ ਕਿਹੜਾ ਮੰਤਰ ਦਿੰਦੇ ਸੀ? ਕਹਿੰਦੇ ਜੀ ਉਹਨਾਂ ਵਰਗਾ ਸਾਧੂ ਲੱਭਣਾ ਤਾਂ ਦੁਰਲੱਭ ਹੈ, ਉਹ ਤਾਂ ਹੁਣ ਚੜਾਈ ਕਰ ਗਏ, ਉਹ ਹੋਰ ਹੀ ਮੰਤਰ ਦਿੰਦੇ ਸੀ, ਅਸੀਂ ਦੱਸਣਾ ਕਿਸੇ ਨੂੰ ਨਹੀਂ। ਉਹ ਚਲੋ ਸਾਧੂ ਇਹ ਮਹਾਤਮਾ ਨੇ ਖਾਲਸਾ ਜੀ ਕੋ ਤਰਲੇ ਕੀਤੇ। ਉਹ ਦੱਸ ਦਿੱਤਾ ਮਾਈ ਨੇ ਕਿ ਉਹ ਸੋਹੰਗ ਮੰਤਰ ਜਿਹੜਾ ਉਹ ਦਿੰਦੇ ਸੀ, ਤੇ ਇਹ ਛਡਾਇਆ ਚਾਹੁੰਦੇ ਸੀ ਵੀ ਉਹ ਸਾਰੇ ਛਡਾ ਕੇ ਲਿਆਈਏ ਜਿਹੜੇ ਕੈਦ ਕੀਤੇ ਰਾਜੇ ਨੇ। ਫਿਰ ਉਹ ਰਾਜਨ ਇਹ ਮਹਾਤਮਾ ਮਾਈ ਨੂੰ ਪੁੱਛਦਾ ਕਿ ਇਹਦੇ ਮਾਇਨੇ ਦੱਸੋ ਮਾਤਾ ਜੀ। ਕਹਿੰਦੇ ਜੀ ਇਹ ਤਾਂ ਨਹੀਂ ਅਸੀਂ ਦੱਸ ਸਕਦੇ, ਸਾਨੂੰ ਕਹਿੰਦੇ ਅਗਾਂਹ ਨਹੀਂ ਦੱਸਣਾ ਕਿਸੇ ਨੂੰ। ਤੇ ਨਾਲ ਹੀ ਫਿਰ ਉਹ ਅਨੁਭਵੀ ਅਰਥ ਕਰਦੇ ਸੀ ਉਹ ਮਹਾਤਮਾ ਜੀ, ਤਾਂ ਹੋਰ ਨਹੀਂ ਕਿਸੇ ਤੋਂ ਹੁੰਦੇ। ਆ ਵੇਖੋ ਖਾਂ ਕਹਿੰਦੀ ਰਾਜੇ ਨੇ ਕਿੰਨੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਵਿਦਵਾਨ ਸਾਧੂ ਕੈਦ ਕਰ ਰੱਖੇ, ਕਿਸੇ ਨੂੰ ਵੀ ਉਹਦੇ ਅਰਥ ਨਹੀਂ ਸੀ ਆਉਂਦੇ ਜਿਹੜੇ ਉਹ ਮਹਾਤਮਾ ਜੀ ਅਨੁਭਵੀ ਅਰਥ ਕਰਦੇ ਸਨ। ਤੇ ਇਸੇ ਪ੍ਰਕਾਰ ਖਾਲਸਾ ਜੀ ਕਿਸੇ ਨਾ ਕਿਸੇ ਤਰ੍ਹਾਂ ਉਹ ਮਹਾਤਮਾ ਨੇ ਮਾਈ ਨੂੰ ਕਹਿ ਕਵਾ ਕੇ ਫਿਰ ਮਾਈ ਨੇ ਅਰਥ ਦੱਸੇ। ਕਹਿੰਦੇ ਅੱਗੇ ਨਾ ਦੱਸੋ ਅਰਥ ਇਹਦੇ ਉਹ ਅਨੁਭਵੀ ਅਰਥ ਕਰਦੇ ਸੀ ਉਹ ਮਹਾਤਮਾ ਜੀ। ਇੱਕ ਬੁੱਢੀ ਮਾਈ ਲਾਲ ਫੁਲਕਾਰੀ ਲੈ ਤੇ ਉਹ ਚਰਖਾ ਕੱਤਦੀ ਆ ਪਹਾੜੀ ਉੱਪਰ, ਨਾਲੇ ਛੋਲੇ ਚੱਬੇ। ਉਹ ਖਾਲਸਾ ਜੀ ਹੈ ਤਾਂ ਉਹ ਸਾਧੂ ਅਨਪੜ੍ਹ ਸੀ, ਤੋ ਇੱਕ ਦੂਜਾ ਪਖੰਡੀ ਸੀ, ਤੇ ਅਰਥ ਉਹਨੇ ਕੀ ਕਰਨੇ ਸੀ ਸੋਹੰਗ ਦੇ, ਤੇ ਜਿਹੜੇ ਉਹਨੇ ਅਰਥ ਕੀਤੇ ਉਹ ਕਿਤੇ ਮਿਲਦੇ ਨਹੀਂ ਸੀ, ਉਹਦੇ ਨਾਲ ਅਰਥ ਨਾ ਕਿਸੇ ਦੇ ਮਿਲਣ। ਰਾਜਾ ਉਹ ਮੂਰਖ ਹੋਇਆ, ਉਸੇ ਅਨੁਭਵੀ ਅਰਥਾਂ ਦੇ ਚੱਕਰ ਵਿੱਚ ਵੱਡੇ ਵੱਡੇ ਵਿਦਵਾਨ ਕੈਦ ਕਰੇ। ਇਹ ਫਿਰ ਮਹਾਤਮਾ ਫਿਰ ਉਹਦੇ ਰਾਜੇ ਦੇ ਮਹਿਲ ਵਿੱਚ ਗਏ। ਕਹਿੰਦੇ ਰਾਜਨ ਤੈਨੂੰ ਅਸੀਂ ਦੱਸਾਂਗੇ ਸੋਹੰਗ ਦੇ ਅਰਥ ਕੀ ਆ। ਕਹਿੰਦੇ ਜੀ ਦੱਸੋ। ਕਹਿੰਦੇ ਹੋਣੇ ਨਹੀਂ ਵੈਸੇ ਕਿਸੇ ਤੋਂ ਅਰਥ, ਕਿਉਂਕਿ ਸਾਡੇ ਮਹਾਤਮਾ ਜੀ ਉਹ ਅਨੁਭਵੀ ਅਰਥ ਕਰਿਆ ਕਰਦੇ ਸੀ। ਕਹਿੰਦੇ ਜੀ ਅਸੀਂ ਵੀ ਅਨੁਭਵੀ ਅਰਥ ਕਰਕੇ ਦੱਸਾਂਗੇ।
ਉਹ ਮਹਾਤਮਾ ਨੂੰ ਪੁੱਛੇ, ਰਾਜਾ ਜੀ ਸੁਣਾਓ। ਕਹਿੰਦੇ ਜੀ ਇਹ ਸੋਹੰਗ ਦਾ ਅਰਥ ਰਾਜ ਨੇ ਇਹ ਵੈ ਕਿ ਬੁੱਢੀ ਮਾਈ ਲਾਲ ਫੁਲਕਾਰੀ ਲੈ ਕੇ ਚਰਖਾ ਕੱਤੇ ਪਹਾੜੀ ਤੇ, ਨਾਲੇ ਛੋਲੇ ਚੱਬਦੀ ਹੈ। ਰਾਜਾ ਉਹਦੇ ਚਰਨੀ ਪੈ ਗਿਆ। ਪਰ ਇਹ ਹੁਣ ਜਾਣਦਾ ਵੈ ਵੀ ਇਹਦੇ ਅਰਥ ਤਾਂ ਇਹ ਬਣਦੇ ਨਹੀਂ, ਪਰ ਰਾਜਾ ਵੀ ਮੂਰਖ ਵੈ ਤੇ ਜਿਹਦੇ ਤੋਂ ਉਪਦੇਸ਼ ਲਿਆ ਉਹ ਵੱਡਾ ਪਖੰਡੀ ਸਭ ਤੋਂ ਮੂਰਖ ਸੀ। ਤੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਪਖੰਡੀ ਲਾਣਾ ਹੁੰਦਾ, ਇਹਦੇ ਜਿਹੜੇ ਚੇਲੇ ਚਪਟੇ ਹੁੰਦੇ ਉਹ ਵੀ ਉਹੋ ਜਿਹੇ ਹੁੰਦੇ ਵਾ। ਜਿੰਨਾ ਮਰਜੀ ਉਹਦਾ ਪਾਪ ਵੀ ਉਗੜ ਕੇ ਅੱਗੇ ਆ ਜਾਓ, ਫੇਰ ਵੀ ਉਹਦੀ ਪੂਜਾ ਪ੍ਰਤਿਸ਼ਠਾ ਛੱਡਦੇ ਨਹੀਂ। ਇਹੋ ਜਿਹੇ ਸਾਧ ਜਿਹੜੇ ਸਨ ਜਾਂ ਇਹੋ ਜਿਹੇ ਖਾਲਸਾ ਜੀ ਜਿਹੜੇ ਪਖੰਡ ਕਰਨ ਵਾਲੇ ਸੀ, ਉਹ ਬੜੇ ਭਾਰੀ ਫੈਲ ਗਏ। ਕਲਯੁਗ 5000 ਵਰਾ ਜੇ ਲੰਘਿਆ ਸੀ ਤੇ ਆਪੋ ਆਪਣੀ ਮਰਜ਼ੀ ਨਾਲ ਜਿੱਥੋਂ ਜੀ ਕਰਦਾ ਸੀ ਉੱਥੇ ਉਸੇ ਨੂੰ ਤੋੜ ਮਰੋੜ ਕੇ ਉਪਦੇਸ਼ ਦੇ ਦੇ ਕੇ ਆਪਦੇ ਚੇਲੇ ਬਣਾਉਣ ਵਿੱਚ ਲੱਗ ਗਏ ਸਨ।